सतनाम श्री वाहिगुरु साहिब जीओ। श्री राग महला पहला घर चौथा। एक सुआन दोए सुआणी नाल, भलके पौके सदा बयाल। कूड़ शुरा मुठा मुरदार, धान करूप रहा करतार। मैं पत की पंध ना करनी की कार, हों बिगड़े रूप रहा विकराल। तेरा एक नाम तारे संसार, मैं एहा आस ए होया आधार रहा। मैं एहा आस ए होया आधार रहा। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनो, रोजाना की तरह पातशाह जी की अपार किरपा बख्शिश का सदका अमृत वेले तो लै करके ही पातशाह जी के चरणों कमलों विखे हाजरियां लवा रहे हो। आप जी पवित्र शब्द का पाठ सरवण कर रहे सी। ये शब्द धन धन श्री गुरु नानक देव महाराज जी ने नगर करतारपुर धर्मशाला विखे उचारण किया। इस शब्द मुताबक सतगुरा जी ने उत्थे कुछ ऐसे कौतक किए जिन्हों देख करके संगत जिहड़ी है वह भरम गई, भटक गई और बिरले ही बचे। सतगुरु पातशाह जी ने इस पवित्र शब्द नूं रागी ਸਿੰਘਾਂ नूं चौथे घर विच उचारण का हुक्म किया है। आरंभ करते हैं। एक सुआन दोए सुआणी नाल, भलके भौंके सदा बयाल। हे परमेश्वर, ये सुआन रूपी कुत्ता, लोभ रूपी कुत्ता ते ईरखा द्वेष तृष्णा रूपी कुत्तियां हरेक जीव दे नाल रहिंदियां हन। ते तड़के दिन चढ़दे दे नाल ही यह कुत्ता ते कुत्तियां मनुख दे अंदर भौंकण लग जांदियां हन। भलके भौंके सदा बयाल। तड़के दिन चढ़दे दे नाल ही बंदा जिहड़ा है अनेकों तरह के ईरखा दुई द्वैस जां लोभ लालच के कामां नूं आरंभ कर दिंदा है। जिवें कुत्ते भौंकदे आ, ये अंदर भौंकदे आ मनुख दे। पर इस तो पहला सतगुरां ने एक कौतक कीता है। की कौतक कीता है? धन गुरु नानक देव जी नगर करतारपुर साहब धर्मशाला च बैठे है। रोजाना सतगुरां दे कोल करतारपुर साहब विखे हज़ारां की गिनती भी संगतां आउंदियां सन।
ਤੇ ਜਿੱਦਣ ਦੀ ਇਹ ਗੱਲ ਹੈ, ਜਦੋਂ ਇਹ ਸ਼ਬਦ ਉਚਾਰਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਕੀਤਾ ਹੈ, ਇੱਕ ਹੱਥ ਵਿੱਚ 2 ਹੱਥ ਦਾ ਡੰਡਾ ਫੜ ਲਿਆ ਤੇ ਜਿਹੜਾ ਆ ਕੇ ਸਤਿਗੁਰਾਂ ਦੇ ਕੋਲ ਮੱਥਾ ਟੇਕੇ ਉਹਦੇ ਢੂਈ 'ਚ ਮਾਰਨ। ਜਦੋਂ ਸਾਰਿਆਂ ਦੇ ਡੰਡਾ ਵੱਜਦਾ ਵੇਖਿਆ ਤੇ ਕਈ ਤਾਂ ਭੱਜ ਗਏ ਤੇ ਬਾਬੇ ਨੂੰ ਕੀ ਹੋ ਗਿਆ, ਅਸੀਂ ਪਿਆਰ ਕਰਦੇ ਹਾਂ, ਬਾਬਾ ਡੰਡੇ ਮਾਰਦਾ, ਕਹੋ ਸਤਨਾਮ ਸ੍ਰੀ। ਕਈ ਭੱਜ ਗਏ। ਫਿਰ ਪਾਤਸ਼ਾਹ ਜੀ ਨੇ ਕੀ ਕੀਤਾ, ਲਾਂਗਰੀ ਨੂੰ ਕਹਿ ਕੇ ਲੰਗਰ ਘਟਾ ਦਿੱਤਾ। ਮਤਲਬ ਜਿੱਥੇ 2 ਜਾਂ 3 ਟਾਈਮ ਲੰਗਰ ਮਿਲਦਾ ਸੀ, ਪਾਤਸ਼ਾਹ ਕਹਿੰਦੇ 1 ਟਾਈਮ ਲੰਗਰ ਮਿਲੂਗਾ, ਆਥਣੇ ਲੰਗਰ ਨਹੀਂ ਬਣਨਾ, ਕਹੋ ਸਤਨਾਮ ਸ੍ਰੀ। ਕਈ ਇਸ ਕਰਕੇ ਭੱਜ ਗਏ ਵੀ ਯਾਰ ਅਸੀਂ ਇੰਨੀ ਸੇਵਾ ਕਰਦੇ ਹਾਂ, ਇੱਥੇ ਲੰਗਰ ਤੋਂ ਵੀ ਥੋੜ੍ਹੇ ਹਾਂ ਅਸੀਂ। ਬਹੁਤ ਸਾਰੇ ਲੋਕ ਜਿਹੜੇ ਸਨ ਉਹ ਇਸ ਕਰਕੇ ਚਲੇ ਗਏ ਵੀ ਸਾਨੂੰ ਲੰਗਰ ਨਹੀਂ ਮਿਲਦਾ। ਅੱਠ ਪਹਿਰਾ ਕਰ ਦਿੱਤਾ ਲੰਗਰ, ਤੀਜੇ ਦਿਨ ਪਾਤਸ਼ਾਹ ਨੇ ਕਹਿੰਦੇ ਬੰਦ ਕਰ ਦਿੱਤਾ। ਬਹੁਤ ਸਾਰੇ ਲੋਕ ਚਲੇ ਗਏ ਵੀ ਯਾਰ ਰੋਟੀ ਵੀ ਨਹੀਂ ਮਿਲਦੀ, ਹੁਣ ਇੱਥੇ ਕਰਨਾ ਆਪਾਂ। ਇਤਨੇ ਵਿਸਾਖੀ ਦਾ ਮਹੀਨਾ ਆ ਗਿਆ, ਕਣਕਾਂ ਵੱਢੀਆਂ ਤੇ ਸਿੱਖ ਸੰਗਤਾਂ ਗੱਲਾਂ ਕਰਦੀਆਂ ਵੀ ਕਣਕ ਐਤਕੀ ਬੜੀ ਜੰਮੀ ਆ, ਵੀ ਆਪਣੇ ਕਣਕ ਬਹੁਤ ਹੋਈ ਹੈ। ਸਾਰੀਆਂ ਸੰਗਤਾਂ ਬੜੀਆਂ ਖੁਸ਼ ਆ, ਕਰਤਾਰਪੁਰ ਦੀ ਜ਼ਮੀਨ ਦੇ ਵਿੱਚ ਫਸਲ ਬੀਜੀ ਗਈ ਆ। ਵਿਸਾਖ ਦਾ ਮਹੀਨਾ, ਕਣਕ ਚੰਗੀ ਜੰਮੀ, ਸੰਗਤਾਂ ਬਹੁਤ ਖੁਸ਼ ਹੈ। ਤੇ ਪਾਤਸ਼ਾਹ ਕੋਲੇ ਵੀ ਕਿਹਾ ਕਰਨ ਮਾਰੇ ਕਣਕ ਬੜੀ ਜੰਮੀ ਹੈ ਤੇ ਕੀ ਕਣਕ ਆਪਣੇ ਬਹੁਤ ਹੋਈ ਆ। ਕਹਿੰਦੇ ਆਹੋ ਭਾਈ ਵੱਢੋ, ਇਕੱਠੀਆਂ ਕਰੋ ਇਹਨਾਂ ਨੂੰ। ਮੰਡਲੀਆਂ ਲਾਤੀਆਂ, ਮੰਡਲੀਆਂ ਤੋਂ ਬਾਅਦ ਸਾਰੀਆਂ ਮੰਡਲੀਆਂ ਇੱਕ ਥਾਂ ਤੇ ਇਕੱਠੀਆਂ ਕਰ ਲਈਆਂ, ਪਿੰਡ ਵਿੱਚ ਢੇਰ ਲੱਗ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਤਾਂ ਨੂੰ ਐਂ ਕਰੋ, ਇਹਨੂੰ ਅੱਗ ਲਾ ਦਿਓ। ਉਹ ਸਾਰੇ ਕਹਿਣ ਲੱਗੇ ਮਹਾਰਾਜ ਅੱਗ ਕਿਵੇਂ ਲਾ ਦਈਏ, ਮਸਾਂ ਤਾਂ ਮਿਹਨਤ ਕਰਕੇ 6 ਮਹੀਨਿਆਂ 'ਚ ਪਾਲੀ ਆ, ਸਾਥੋਂ ਨਹੀਂ ਅੱਗ ਲੱਗਦੀ। ਕਈਆਂ ਨੂੰ ਕਿਹਾ ਵੀ ਤੂੰ ਅੱਗ ਲਾ ਦੇ, ਕਹਿੰਦਾ ਜੀ ਮੈਂ ਤਾਂ ਨਹੀਂ ਲਾਉਂਦਾ। ਹੋਰ ਕਈਆਂ ਨੂੰ ਕਿਹਾ, ਕਈਆਂ ਨੇ ਜਵਾਬ ਦੇਤਾ। ਅਖੀਰ ਲਹਿਣਾ ਜੀ ਨੂੰ ਸੱਦਿਆ, ਕਹਿੰਦੇ ਲਹਿਣਿਆ, ਹਾਂ ਮਹਾਰਾਜ, ਜਾਂ ਕਣਕ ਨੂੰ ਅੱਗ ਲਾ ਦੇ। ਕਹਿੰਦਾ ਜੀ ਸਤ ਬਚਨ, ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ। ਭਗਤ ਭਾਈ ਲਹਿਣਾ ਜੀ ਦਾ ਸੁਭਾਅ ਕੁਝ ਹੋਰ ਸੀ। ਉਹਨਾਂ ਨੇ ਤਾਂ ਪਰ ਨਹੀਂ ਕਰ ਲਿਆ ਸੀਗਾ ਕਿ ਧੰਨ ਗੁਰੂ ਨਾਨਕ ਦੇਵ ਜੀ ਜੋ ਕਹਿਣ ਸਾਤੀ ਸੱਤ ਹੈ, ਆਪਾਂ ਅੱਗੋਂ ਇਹ ਨਹੀਂ ਕਹਿਣਾ ਵੀ ਇਹ ਗਲਤ ਹੈ। ਤੇ ਜਦੋਂ ਲਹਿਣਾ ਜੀ ਨੂੰ ਕਿਹਾ ਤੇ ਲਹਿਣਾ ਜੀ ਨੇ ਗੁਰੂ ਪਿਆਰੋ ਚੱਕੀ ਅੱਗ ਕਣਕ ਵਿੱਚ ਸਿੱਟ ਦਿੱਤੀ ਤੇ ਅੱਗ ਲੱਗ ਗਈ, ਢੇਰ ਮੱਚ ਗਿਆ ਅੱਗ ਦਾ, ਸੜ ਕੇ ਸਵਾਹ ਹੋ ਗਿਆ ਕਣਕ ਦਾ। ਹੁਣ ਬਹੁਤ ਸਾਰੇ ਲੋਕ ਭੱਜਣ ਲੱਗੇ ਵੀ ਯਾਰੇ ਬਾਬੇ ਨਾਨਕ ਦਾ ਦਿਮਾਗ ਨੂੰ ਕੁਛ ਹੋ ਗਿਆ, ਕੋਈ ਸਤਨਾਮ ਸ੍ਰੀ ਕਦੇ ਕੁਛ ਕਰਦਾ, ਇਹ ਤਾਂ ਪੁੱਠੇ ਕੰਮ ਕਰਨ ਲੱਗ ਪਿਆ। ਜੇ ਕੋਈ ਮੱਥਾ ਟੇਕਦਾ ਡੰਡੇ ਮਾਰਦਾ। ਚੰਗੀ ਭਲੀ ਮਸਾਂ 6 ਮਹੀਨਿਆਂ 'ਚ ਕਣਕ ਪਕਾਈ, ਮਣਾ ਮੂੰਹ ਹੀ ਕਣਕ ਸਾੜ ਕੇ ਰੱਖ ਦਿੱਤੀ। ਇਹੋ ਜਿਹੇ ਕੌਤਕ ਦੇਖ ਕੇ ਬਹੁਤ ਸਾਰੇ ਲੋਕ ਭੱਜਣ ਲੱਗੇ। ਹੁਣ ਜ਼ਿਮੀਂਦਾਰ ਜਿਹੜਾ ਹੈ ਉਹ ਆਪਣੀ 6 ਮਹੀਨਿਆਂ ਦੀ ਫਸਲ ਜਿਹੜੀ ਕੀਤੀ ਆ ਉਸ ਦਾ ਫਲ ਵੇਖਦਾ ਕਿ ਮੈਨੂੰ ਕੀ ਬਚਿਆ। ਤੇ ਬਾਬੇ ਨਾਨਕ ਨੇ ਵੀ ਆਪਣੀ ਫਸਲ 'ਚੋਂ ਵੇਖਣਾ ਸੀ ਕੀ ਬਚਿਆ, ਕਣਕ 'ਚੋਂ ਨਹੀਂ, ਸਿੱਖੀ 'ਚੋਂ। ਬਈ ਅੱਜ ਤੱਕ ਮੈਂ ਕਿੰਨਾ ਪ੍ਰਚਾਰ ਕੀਤਾ ਹੈ, 4 ਉਦਾਸੀਆਂ ਲਾਈਆਂ ਥਾਂ ਥਾਂ 'ਤੇ ਜਾ ਕੇ, ਇੱਥੇ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਉਂਦੇ ਹੈ। ਇਹਨਾਂ ਦੇ ਵਿੱਚੋਂ ਕੋਈ ਗੱਲ ਮੰਨਣ ਵਾਲਾ ਵੀ ਹੈ ਕਿ ਨਹੀਂ ਹੈ ਭਲਾ? ਤਾਂ ਇੱਕ ਨਿਕਲਿਆ ਭਾਈ ਲਹਿਣਾ, ਜਿਹੜਾ ਹਰ ਗੱਲ ਮੰਨਦਾ ਸੀਗਾ। ਛੋਟੀਆਂ ਛੋਟੀਆਂ ਕਹਾਣੀਆਂ ਤਾਂ ਆਪਾਂ ਜਾਣਦੇ ਹੀ ਆ, ਜਿਵੇਂ ਕੌਲਾ ਜਾਣ ਬੁੱਝ ਕੇ ਚਿੱਕੜ ਵਿੱਚ ਸਿੱਟ ਦੇਣਾ। ਫਿਰ ਆਪਣੇ ਪੁੱਤਰਾਂ ਨੂੰ ਕਿਹਾ ਪੁੱਤਾ ਕੌਲਾ ਕੱਢ ਕੇ ਲਿਆਓ ਚਿੱਕੜ 'ਚੋਂ। ਉਹਨਾਂ ਨੇ ਜਵਾਬ ਦੇਤਾ ਬਾਪੂ ਘਰੇ ਬਥੇਰੇ ਪਏ ਆ ਬਾਟੇ, ਹੋਰ ਲੈ ਲਾਂਗੇ, ਛੱਡੋ ਖਹਿੜਾ। ਜਦੋਂ ਲਹਿਣਾ ਜੀ ਨੂੰ ਕਿਹਾ ਤੇ ਉਹ ਸਣੇ ਕੱਪੜੀ ਚਿੱਕੜ ਵਿੱਚ ਵੜ ਗਏ
कौला कढ़ लियाए तो फिर नहा धो के इशनान करके कपड़े बदल के कौला मान सवार के गुरु साहब नूं देता। इहो जिहियां बहुत सारियां घटनावां, बहुत सारे कौतुक बार बार सतगुर परखदे है कि भी कोई इन्हां चों मेरी गल ते पहरा देण वाला भी है कि नहीं है। तो जदों कि इहो जी गल आउंदी ते लहणा जी ही गुरु प्यारिओ इस गल ते पहरा देण वाले निकलदे। तो कणक का ढेर साड़न तो बाद एक दिन सतगुरु नानक देव जी ने रोखा रूप धारिया। कुछ पुराने मंजे का बाणजा पिया सी घर विच करतारपुर, जां पुरानियां रस्सियां जिहियां पईयां सन। उन्हां रस्सियां जिहियां नूं बाणजे नूं सिर ते बन्ह लिया ते एक रस्सा लक नाल बन्ह लिया ते रस्से दे विच एक नंगा छुरा कोई फुट 1.5 फुट का वो टंग लिया और कपड़ियां उत्ते लस्सी दे छिट्टे जे मार ले। सारे कहण जान बाबे नूं की हो गया, चंगा भला वधिया प्रचार करदा सीगा, वधिया कथा कहानियां सुणाउंदा सी, ये की करन लग पिया हुण। पर बाबा जी तां वेखदे सी कि जिहड़ी फसल मैं बीजी है चो किहड़ा साबता निकलदा है। कहो सतनाम सी, पर बहुते भजन वाले निकले। जब लंगर घटा दिता कई उदों भज गए, जब कणक का ढेर साड़ दिता कई उदों भज गए गुस्सा करके भी एवें यार छड्ड यार मेहनत खराब करती, अग लाती कणक नूं। अज सतगुरां ने ऐसा रूप धारिया। हुण तुहानूं पता भी जिथे मनुख रहिंदा उत्थे कुत्ते भी रहिंदे आ, ते जिहड़े कुत्ते धर्मशाला च रहिंदे आ उन्हां दा भी गुरु साहब नाल प्यार है। ते सतगुरां ने धानकियां वाला सैंसियां वाला रूप धार लिया। एक रस्सा सिर ते बन लिया, जां लिखिया इतिहास विच मंजे दा बाणजा पिया सी टुटिया होया सिर ते लपेट लिया। एक रस्सा लक नाल बन लिया ते उस रस्से नाल छुरा बन लिया ते कपड़ियां ते छिट्टे जे मार ले। लस्सी दे मक्खियां जिहियां बह गईयां ते कुत्ते भी मगर तुर पे ते डंडा वो 2 हत्थ दा जिहड़ा है हत्थ विच ही आ ते तुर पे खेतां वल उठ के। जिहड़े बचे सी जिथे हज़ारां दी गिनती भी संगत बहिंदी सी, 20-25 हज़ार संगत सतगुरां कोले आउंदी सी, पर हुण सारी 300 संगत रह गई, 200-300 250। ते धन गुरु नानक देव जी महाराज जी ने उथों तुर पे, हत्थ विच डंडा फड़ लिया, तुरे जा रहे न। ते जिहड़े बैठे ही 200-300 जिन्हां ने सोचा भी असीं तां जांदे नहीं, जिहड़े भज गए आपां तां नहीं भजदे। तां गुरु प्यारिओ उस वेले सतगुरां ने थोड़ी दूर जाके कहंदे डंडा सीधा करके कहंदे ओए तुसीं मेरे मगर क्यों आ गए, तुसीं जाओ, मेरा की पता मैं कित्थे जावां, तुहाडे तां बाल बच्चे आ तुहानूं याद करदे होणगे, तुसीं जाओ करे। कई बच्चिआं नूं याद करके मुड़े आए, कई फेर मगर है। अगे जाके सतगुरां ने फिर पुछया भी तुसीं क्यों आ रहे हो। तां गुरु प्यारिओ सतगुरां ने कहंदे अगे जाके तांबे दे पैसे का ढेर लाता, कहंदे ऐ करो तुसीं तांबे दे पैसे ले जाओ। मोरी वाला पैसा चलदा सी उन्हां समयां दे विच। बहुत सारे लोग जिहड़े तांबे तक बिरती रखते सन तांबे दीयां पंडां बन के ले आए, फिर होर घट गए, फिर गांह जाके चांदी की वट करती, भाव चांदी के रुपये बनाते। कई सोचा भी आ तां वधिया यार, वो चांदी लैके मुड़ गए। तो अगे जाके पातशाह जी ने बचियां खुचियां नूं फिर मोड़ दिता सोने का लालच दे के। कहते परमेश्वर ने पूछे, आकाशबाणी हुई भी नानक मैं तैनूं दुनिया नूं तारन वास्ते भेजिया, तू ये की करदा। ते अकाल पुरख जी ने
ਕਹਿੰਦੇ ਜਦ ਪੁੱਛਿਆ ਤੇ ਸਤਿਗੁਰਾਂ ਨੇ ਸ਼ਬਦ ਉਚਾਰਿਆ ਕਿ ਇਹ ਸੰਸਾਰ ਦੀ ਹਾਲਤ ਵਿਖਾਉਣਾ ਕਿ ਆ ਵੇਖ ਕਿਸ ਤਰ੍ਹਾਂ ਲਾਲਚ ਵਿੱਚ ਫਸੇ ਹੋਏ ਆ, ਇਹਨਾਂ ਦੇ ਅੰਦਰ ਦਿਨ ਰਾਤ ਕੁੱਤੇ ਕੁੱਤੀਆਂ ਭੌਂਕਦੇ ਆ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਬਾਹਰੀ ਤੌਰ ਤੇ ਸਤਿਗੁਰ ਨੇ ਰੂਪ ਆਪਦੇ ਸਰੀਰ ਤੇ ਬਣਾਇਆ। ਛੋਟੇ ਬੱਚਿਆਂ ਨੂੰ ਸਮਝਾਉਣ ਵਾਸਤੇ ਮਾਸਟਰ ਨੂੰ ਬੋਰਡ ਉੱਤੇ ਜੇ ਈੜੀ ਇੱਟ ਸਮਝਾਉਣੀ ਹੈ ਤੇ ਇੱਟ ਦੀ ਫੋਟੋ ਬਣਾਉਣੀ ਪਈ, ਸ਼ਕਲ ਬਣਾਉਣੀ ਪਈ। ਜੇ ਊੜਾ ਉੱਟ ਸਮਝਾਉਣਾ ਤੇ ਕਾਇਦਿਆਂ ਉੱਤੇ ਫੋਟੋਆਂ ਬਣਾਈਆਂ ਹੋਈਆਂ ਛੋਟੇ ਬੱਚਿਆਂ ਵਾਸਤੇ। ਸਾਡੀ ਮੱਤ ਵੀ ਛੋਟੇ ਬੱਚਿਆਂ ਤੋਂ ਵੀ ਥੱਲੇ ਆ। ਅੱਜ ਸਾਨੂੰ ਸਮਝਾਉਣ ਵਾਸਤੇ ਪਾਤਸ਼ਾਹ ਨੇ ਆਪਣੇ ਸਰੀਰ ਤੇ ਉਹ ਰੂਪ ਧਾਰ ਲਿਆ ਕਿ ਬੰਦੇ ਦੀ ਆਹ ਹਾਲਤ ਆ। ਏਕ ਸਵਾਨ ਦੋਏ ਸਵਾਣੀ ਨਾਲ, ਦਿਨ ਰਾਤ ਇਹਦੇ ਅੰਦਰ ਇੱਕ ਕੁੱਤਾ ਲਾਲਚ ਦਾ, ਦੋ ਕੁੱਤੀਆਂ ਆਸ਼ਾ ਤ੍ਰਿਸ਼ਨਾ ਦੀਆਂ ਭੌਂਕਦੀਆਂ ਅਤੇ ਭਲਕੇ ਭੌਂਕੇ ਸਦਾ ਬਿਆਲ, ਤੜਕੇ ਉੱਠਦਿਆਂ ਹੀ ਭੌਂਕਣ ਲੱਗ ਜਾਂਦੇ ਆ ਭਿਆਨਕ ਰੂਪ ਦੇ ਵਿੱਚ। ਕੋੜ ਛੁਰਾ, ਜਿਹੜਾ ਛੁਰਾ ਰੱਸੇ ਨਾਲ ਬੰਨਿਆ, ਇਹ ਬੰਦੇ ਦੇ ਅੰਦਰ ਝੂਠ ਦਾ ਛੁਰਾ ਹੈ। ਕਹੋ ਸਤਿਨਾਮ ਸ੍ਰੀ। ਬਾਹਰਲੇ ਪਾਸੇ ਤਾਂ ਪਾਤਸ਼ਾਹ ਨੇ ਫੋਟੋ ਬਣਾ ਕੇ ਦਿਖਾਈ ਹੈ ਕਿ ਬੰਦੇ ਦਾ ਹਾਲਤ ਕੀ ਹੋਈ ਪਈ ਅੱਜ, ਜਿਹਨੂੰ ਮੈਂ ਸਿੱਧੇ ਕਰਨ ਵਾਸਤੇ ਆਇਆ, ਤਾਰਨ ਵਾਸਤੇ ਆਇਆ। ਝੂਠ ਦਾ ਛੁਰਾ ਚੁੱਕੀ ਫਿਰਦਾ, ਮੁੱਠਾ ਮੁਰਦਾਰ ਤੇ ਮੁਰਦਿਆਂ ਨੂੰ ਖਾਂਦਾ ਹੈ, ਲੋਕਾਂ ਦਾ ਖੂਨ ਪੀਂਦਾ ਹੈ। ਕੋੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਤੁਸੀਂ ਬਿੱਲੀ ਮਾਰਾਂ ਨੂੰ ਮਾੜੇ ਕਹਿੰਦੇ ਹੋ, ਧਾਨਕਿਆਂ ਨੂੰ ਮਾੜੇ ਕਹਿੰਦੇ ਹੋ, ਬਾਬੇ ਨਾਨਕ ਦੇ ਸਰੂਪ ਨੂੰ ਮਾੜਾ ਕਹਿੰਦੇ ਹੋ। ਤੁਸੀਂ ਖੁਦ ਇਹੋ ਜਿਹੇ ਪ੍ਰੈਕਟੀਕਲ ਰੂਪ 'ਚ ਹੀ ਹੋ, ਮੈਂ ਤਾਂ ਸਿਰਫ ਭੇਸ ਹੀ ਧਾਰਿਆ ਉਸ ਤਰ੍ਹਾਂ ਦਾ। ਕਹੋ ਸਤਿਨਾਮ ਸ੍ਰੀ। ਕੋੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਉਹ ਪਰਮੇਸ਼ਰ ਇਹ ਦੁਨੀਆ ਸੈਂਸੀ ਬਣ ਚੁੱਕੀ ਹੈ, ਲਾਲਚੀ ਬਣ ਚੁੱਕੀ ਹੈ, ਠੱਗੀਆਂ ਮਾਰਦੀ ਹੈ, ਚੋਰੀਆਂ ਕਰਦੀ ਹੈ, ਮੁਰਦਿਆਂ ਦਾ ਮਾਸ ਖਾਂਦੀ ਹੈ। ਚਲਦੇ ਚਲਦੇ ਜਦੋਂ ਕਾਫੀ ਬੰਦੇ ਮਗਰ ਰਹਿ ਗਏ ਨਾ, ਤੇ ਅੱਗੇ ਜਾ ਕੇ ਪਾਤਸ਼ਾਹ ਨੇ ਫਿਰ ਡੰਡਾ ਖਿੱਚ ਲਿਆ। ਕਹਿੰਦੇ ਓਏ ਸੋਨੂੰ ਕੈਸੇ ਮੁੜ ਜਾਓ? ਕਹਿੰਦੇ ਅਸੀਂ ਤਾਂ ਨਹੀਂ ਮੁੜਦੇ ਜੀ। ਕਹਿੰਦੇ ਚੱਲ ਕੋਈ ਨਹੀਂ, ਸੋਨੇ ਦੀਆਂ ਮੋਹਰਾਂ ਲੈ ਜਾਓ ਤੁਸੀਂ, ਚਾਂਦੀ ਤਾਂ ਮੁੱਕ ਜੂਗੀ। ਮੁੱਕ ਤਾਂ ਸੋਨਾ ਵੀ ਜਾਣਾ, ਪਰ ਪਾਤਸ਼ਾਹ ਨੇ ਵੇਖਿਆ ਵੀ ਹੁਣ ਕਿੰਨੇ ਬਾਕੀਆਂ ਦਾ ਟੈਂਪਰੇਚਰ ਕਿੱਥੇ ਕੁ ਜੇ ਪਹੁੰਚਿਆ ਲਾਲਚ ਦਾ, ਤਾਂ ਉਹ ਸੋਨੇ ਦੀਆਂ ਮੋਹਰਾਂ ਲੈ ਕੇ ਮੁੜੇ ਆਏ। ਤੇ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਰਹਿ ਗਏ ਤਿੰਨ ਬੰਦੇ, ਭਾਈ ਭਗੀਰਥ, ਭਾਈ ਸਧਾਰਨ, ਭਾਈ ਲਹਿਣਾ ਤੇ ਬਾਬਾ ਬੁੱਢਾ ਜੀ। ਇਹ ਚਾਰ ਸਿੱਧਕੇ ਸਿੱਖ ਰਹਿ ਗਏ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਹੀ ਗੁਰੂ ਸਾਹਿਬ ਨਾਲ ਰਹਿਣਾ ਕੀਤਾ। ਭਾਈ ਸਧਾਰਨ ਸਿੱਧਾ ਸਾਦਾ ਜਿਹਾ ਬੰਦਾ ਸੀ। ਇਹ ਜ਼ਿਆਦਾਤਰ ਖੇਤਾਂ ਦੇ ਵਿੱਚੋਂ ਘਾਹ ਘੂ ਵੱਢ ਕੇ ਲਿਆਉਂਦਾ, ਗੁਰੂ ਘਰ ਦੇ ਪਸ਼ੂ ਚਾਰਦਾ ਸੀਗਾ। ਬਾਬਾ ਬੁੱਢਾ ਤਾਂ ਬ੍ਰਹਮ ਗਿਆਨੀ ਤੁਸੀਂ ਜਾਣਦੇ ਹੋ, ਤੇ ਲਹਿਣਾ ਜੀ ਵੀ ਸੇਵਕ ਸਨ। ਤੇ ਭਗੀਰਥ ਸੇਠ ਸੀਗਾ ਜਿਹੜਾ ਸਤਿਗੁਰਾਂ ਦੇ ਕੋਲ ਕਾਫੀ ਸਮੇਂ ਤੋਂ ਆਇਆ ਸੀ। ਪਹਿਲਾਂ ਕਾਲਕਾ ਦੇਵੀ ਦਾ ਸੇਵਕ ਸੀਗਾ, ਫਿਰ ਬਾਬੇ ਨਾਨਕ ਕੋਲ ਆ ਗਿਆ। ਹੁਣ ਕੀ ਹੋਇਆ, ਸਤਿਗੁਰੂ ਪਾਤਸ਼ਾਹ ਜੀ ਨੇ ਸੋਨੇ ਦੀ ਕੰਧ ਕੱਢਤੀ, ਭਾਵ ਸੋਨੇ ਦੀਆਂ ਮੋਹਰਾਂ ਦੇਤੀਆਂ। ਤੇ ਇਹ ਚਾਰ ਜਣੇ ਰਹਿ ਗਏ 300 ਦੇ 300, ਹੌਲੀ ਹੌਲੀ ਮੋੜ ਤੇ ਡੰਡਾ ਖਿੱਚ ਕੇ, ਕੁਝ ਡਰਾ ਕੇ, ਕੁਝ ਲਾਲਚ ਦੇ ਕੇ। ਚਲਦੇ ਚਲਦੇ ਗੁਰੂ ਪਿਆਰਿਓ ਜੰਗਲਾਂ ਵਿੱਚ ਪਹੁੰਚ ਗਏ, ਬਹੁਤ ਦੂਰ ਨਿਕਲ ਗਏ। ਗਾਂਹ ਜਾ ਕੇ ਫਿਰ ਖੜ ਗਏ, ਡੰਡਾ ਖਿੱਚਿਆ। ਓਏ ਤੁਸੀਂ ਨਹੀਂ ਮੁੜਦੇ, ਜਾਓ ਘਰੇ। ਕਹਿੰਦੇ ਜਿੰਨਾ ਲੋੜ ਸੀ ਲੈ ਗਏ ਸਮਾਨ, ਅਸੀਂ ਨਹੀਂ ਮੁੜਨਾਗਾ, ਅਸੀਂ ਤਾਂ ਤੁਹਾਡੇ ਨਾਲ ਹੀ ਜਾਵਾਂਗੇ। ਕਹਿੰਦੇ ਸਾਡੇ ਨਾਲ ਜਾਓਗੇ? ਹਾਂ ਜੀ ਤੁਹਾਡੇ ਨਾਲ ਹੀ ਜਾਵਾਂਗੇ ਅਸੀਂ ਤਾਂ। ਜੰਗਲਾਂ ਵਿੱਚ ਜਾ ਕੇ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ, ਇੱਕ ਲੋਥ ਬਣਾਤੀ ਮਨੁੱਖ ਦੀ, ਜਿਵੇਂ ਕੱਪੜੇ ਨਾਲ ਢੱਕੀ ਪਈ ਆ। ਉੱਤੇ ਚਿੱਟਾ ਕੱਪੜਾ ਪਾਇਆ, ਥੱਲੇ ਐਂ ਲੱਗਦਾ ਉੱਤੋਂ ਵੇਖਿਆ ਵੀ ਕੋਈ ਬੰਦਾ ਪਿਆ ਥੱਲੇ। ਕਹੋ ਸਤਿਨਾਮ ਸ੍ਰੀ। ਢੱਕਿਆ ਹੋਇਆ ਲਾਸ਼ ਮਨੁੱਖ ਦੀ ਪਈ ਹੈ। ਤੇ ਉਹਨਾਂ ਚਾਰਾਂ ਨੂੰ ਕਹਿੰਦੇ ਚੰਗਾ ਮੇਰੇ ਨਾਲ ਜਾਣਾ ਤੇ ਇਹਨੂੰ ਖਾਓ।
कहंदी उत्थे फिर 3 जने पिछे हट के कहंदे महाराज ये तो खाना बहुत औखा है, मुर्दा खाना तो बहुत औखा है। कूड़ छुरा मुठा मुरदार, झूठ दे छुरे नाल लोकां नूं मार मार खांदे है। कहो सतनाम श्री। हुण देखिए भला इन्हां च कोई मुरदार खाण वाला है 3-4 च, पर पिछे हट गए सारे। कहो सतनाम श्री। 3 जने पिछे हट गए, बाबा बुढ़ा जी, भाई भगीरथ ते सधारण ते लहणा जी हथ बन के नीवी पा के खड़े है। उन्होंने तो परण किया सीगा कि मैं गुरु की किसी गल ते तर्क नहीं करनागा, गुरु जो करदा है ठीक ही करदा है, भावें कि सानू समझ नहीं आउंदी। कहो सतनाम श्री। इस तरह 10वें पातशाह जी ने 1699 की विसाखी ते जद सीस मंगे, कई तो पहला ही घबरा गए भी जर आ 11 महीने जिहड़े पहाड़ां ते चंडी प्रगट करन दे बहाने रहे है ना, पता नहीं की दिमाग नूं हो गया, चंगा काम है भी सिरका दे वास्ते वड्ढने आ। जदों एक भाई दयाराम उठ के चलिया गया तो सज्जियों मिचियों कट दिता सिर, ते खून दी भिजी तलवार लैके फिर आए, कहने एक होर चाहिदा। बस फिर नहीं बहुते खड़े। कहो सतनाम श्री। कई तो पिछलियां पहाड़ियां ते जा बैठे, गुरु थले ना उतरे आवे, ते गुरु कही जांदा एक होर चाहिदा। फिर दूसरा सिख चलिया गया धर्मचंद, ओहदा भी सिर वड़ दिता। नुचड़ दी तलवार लैके फिर आ गए, कहने एक होर चाहिदा। हुण जिहड़े देगां खाने सीगे, पेटू मसंद गुरु घर च रहण वाले, उन्हें सोचे भी तो सच्ची मारन लग पिया। कई मसंद उठ के भज के घरे गए माता जी होरां कोले, माता जी लाल नूं समझाओ, तो सिखां नूं वड्ढण ते लग्या होया, 2 तो वड्ढते, पता नहीं किन्ने वड्ढूगा। बार बार कहंदा सिर चाहीदा मैनूं एक, ते बहुत सारे भज के परे जा बैठे सी उस वेले। मैं कहे थल्ले उतर के ना वड्ढना शुरू कर देवे। फिर तीजा मंगिया, तीजा सिख भी चलिया गया। हिम्मत आए, इयों वारी वारी 5 सिख वड्डे सी, 5 सिखां दे सीस लए सी। फिर कहने बहुत है। बाबे नानक वेले एक साबता निकलिया सीगा, सिੱਖੀ ਦਾ बीज रह गया सी, हुण तां 5 निकले है, सिੱਖੀ बहुत फैलूगी। फिर पातशाह जी ने अपनी पावर के नाल सतगुर मेरा मार जवाले के महावाक अनुसार उन्हां सिखां नूं अमृत छका के सुरजीत किया और उन्हां नूं सुंदर स्वरूप सुंदर वस्त्र इक्को जे पहना के दया राम तो दया सिंह सारियां नूं सिंह बना के सामने पेश किया। फिर सारे नेड़े कहते साडे ही वढ़ लो, कहते हुण नहीं वढ़दे, ये उदों ही मौका ही जदों मंगे सी। कहो सतनाम श्री। इस तरह गुरु नानक देव महाराज जी ने पहले जामे च परीक्षा लई आ, जदों कहा भी आ मुर्दा खाओ तो मुर्दा सामने पिया ते बाबा बुढ़ा जी भगीरथ जी सधारण ये तिन्ने सिख ने पिछे हट के ने मारे, ये तो काम बहुत औखा है। गुरु दियां बनाइयां वटां टप्पणियां भाव गुरु नूं समझना बहुत औखा है। जे आपां कहीए कि असीं बाणी दी कथा करदे हां, बहुत औखा काम है, इहदे विच डुबना बड़ा औखा है। इस तां केवल चों हीरे मोती कढ़दे हां किनारियां ते बैठ के, विच तां वड़ना ही बड़ा औखा है। जिहड़ा विच वड़ गया मुड़ के निकल नहीं सकदा। कहो सतनाम श्री। ये तां आपां अपना जीवन दा भला कर रहे हां, गुरु नूं समझना बहुत औखा है। ते गुरु प्यारिओ लहना जी नीवी पा के हथ बन के खड़े रहे। पातशाह कहते लहनिया तू भी जा भाई। कहता जी मैं कित्थे जावां हुण, मेरा कोई टिकाणा नहीं गा सोडे बिना। कहते नहीं टिकाणा तो फिर इनू खा मुर्दे नू। जो दोबारा फिर कहा हुण भी तू खा, फिर जे नहीं जाना तो खा, नहीं तू भी पिछे हट जा। तो उस वेले फिर गुरु प्यारिओ धन धन श्री गुरु नानक देव महाराज जी दे कोल लहना जी खड़े ते उस लाश दे दुआले घूमण लगे।
जो 3-4 गेड़े घूमदिया होया कढ़ लेना, फिर पुछदे ने गुरु नानक देव महाराज जी, कहते वो खांदा नहीं हुण? हथ बन कहते जी किहड़े पासियों लगा? कहते पैरां कन्नियों लग जा। कहते जी ठीक आ। तो लहणा जी ने पैरां वाले पासे जाके जदों चादर चक्की ते चादर दे हेठां मनुख दी शेप दे विच फुल्लां दा ढेर पिया। कहो सतनाम श्री। उधर चक कहें चादर, कहते इत्थे तां लाश है ही नहीं, फुल पे न। अच्छा फुल पे है, चल चंगा झोली कर। ते कहते लहणा जी ने चोले नूं सीधा करके उहदी झोली बना ली। ते झोली जद बनाई ते बाबे नानक ने फुल्लां दा बुक भरिया, उसे ढेर चों फुल्लां दा बुक भर के ते उन्हां दी झोली विच पा करके उन्हां दे पैरां ते अपना मत्था रख दिता, मत्था टेक दिता लहणा जी नूं गुरु नानक देव जी ने। ते लहणा जी त्रब के पिछे हट गए। कहंदी ओहो महाराज ये की करता, तुसीं मैनूं मत्था क्यों टेकिया? कहते क्यों, तू रोज ही टेकदा सी, मैं तो अज ही टेकिया। कहो सतनाम श्री। कहते जी लहणा तो टेक सकता है, नानक थोड़ा ही टेक सकता है। कहते चंगा अज तो तू नानक होया, मैं लहणा होया, फिर कहो सतनाम श्री। उत्थे गुरता गद्दी थापिया लहणा जी नूं, अज तो तू अंगद होया, गले ला लिया, छाती नाल ला लिया, एक तो साबता निकलिया। कहते अज तो तू लहणा नहीं अंगद होया, तू मेरा अंगद है, तैनू अपने अंग चों पैदा किया है। भाव अपने शरीर का ब्रह्म ज्ञान सारा उन्हां दे विच रख दिता ते नाम उन्हां दा बदल के अंगद कर दिता। ते उस तो बाद इस चीज़ दे 3 जने गवाह ने उत्थे, बाबा बुढ़ा जी, भागीरथ अते सधारण। मैं गुरु नानक देव जी ने गुरता गद्दी लहणा जी नूं दे दिती है। उत्थों फिर वापस आ गए। हुण इस दा दूसरा पक्ष भी है, बई लाश नूं खाओ जे मेरे नाल जाना है। भाव अपने हंकार नूं खाओ, अपनी मैं नूं खाओ। इनू खाण वास्ते पैरां बन्नियों लग जाओ। हुण पैर खाने शुरू करिए? नहीं, पैरां नूं माड़े कम्मां ते माड़े थावां ते जाण तो रोको। ये खाना है, अपने आप नूं खाना। मुर्दा होए मुरीद ना गल्ली होवना। गुरु दी कबर विच समाउण वास्ते मरना पैना है। ते मुर्दे नूं जद कबर विच रखदे आ ना, वो किसी नूं नहीं कहता कि मेरे यार लत्तां तो सीधियां कर दिओ, मेरी बांह थल्ले आ गई। कहो सतनाम। बोलदा करे मुर्दा। लहणा जी भी ऐसे ही हो चुके सीगे। इहनूं कहंदे आ जिउंदे मरना। कबीर मरता मरता जग मुआ, मर भी न जाने कोय। ऐसी मरनी जो मरे बहुर न मरना होए। जिस मरने ते जग डरे, मेरे मन आनंद, मरने ही ते पाईए पूर्ण परमानंद। ऐसी मौत संसार वालों मर जाना, संसार दे नाल लागा देगा खत्म कर देना। संसार दी मोह ममता, ना काहू से दोस्ती, ना काहू से वैर वाला सुभाव बना लेना। इहनूं कहंदे आ मरना। जिहड़ा लहणा जी नूं प्राप्त होया, जिउंदे मरना। तो उन्होंने कहा सी पैरां बन्नियों लग जा। पैरां बन्नियों लगना पा पैरां नूं माड़े थावां ते माड़े कम्मां वल जाण तो रोकना, कंट्रोल करना। इसे तरह ही फिर अगे जाके गुरु प्यारो अपने कर्म इंद्रिय ज्ञान इंद्रियां नूं खाना, भाव इन्हां नूं माड़े कामां तो रोकना। ते जदों ये सारा खाधा गया तो फिर बाकी की बचदा? जे अग खा जे लाश नूं फिर की बचदा? फुल फुल ही चुक के पाउंदे आ ना, गंगा दे विच जाके पाउंदे आ। कोई कीरतपुर साहब चलिया जांदा है, भाव हड्डियां बचदियां, उत्थे फुल बचदे आ। वो जिहड़ा क्वांटल भरदा बंदा हुंदा 2 किलो का रह जाता है। कोई सतनाम श्री। भाव साडे विच हंकार दा ही भार है। बंदे दे विच जिहड़ा वेट है ना, वो हंकार दा ही है। जब हंकार बन गया मर गया तो यह हल्का फुल वर्गा ही हो जाऊगा शरीर साडा। तुसीं इतिहास सुनो, पढ़ो। सियाणियां ने कहा कि नाम जपण वाले तो फुल वांगू हवा च उड्डण लग जाते हैं। कोई सतनाम बहुत उड्डे आ।
क्योंकि उन्होंने अंदरों धरती दे लोगों की खिच ही खत्म हो जाती है। धरती ते गुरुता खिच है, एक कोई चीज़ आपां तां सिੱਟੀਏ थल्ले आउंदी आ, पर जदों उसनूं मोबाइल दे नाल इन्नी उच्ची लै जांदे आ कि इहदी खिच तो बाहर चली जावे, फिर थल्ले नहीं आउंदी। जिवें सैटेलाइट कैमरे उपर फिरदे आ, हुण थल्ले नहीं डिगदे, इन्ने उच्चे टपा दिते, इहदी खिच तो बाहर कढ़ दिते। ते जदों मनुख दी सुरत दुनिया दी खिच चों बाहर निकल गई, वो गुरु कढेगा। गुरु की शब्द रूपी मजाइल इहनूं इन्ना उच्चा लै जूगी कि मुड़ के यह धरती ते जम्मण मरण के चक्करां च नहीं आऊगा। को सतनाम श्री। धन गुरु गोबिंद सिंह महाराज जी ने एक बार संपूर्ण कथा की है गुरु ग्रंथ साहिब जी की दमदमा साहिब तलवंडी बैठ के। सुबह लिखाई हुंदी सी ते शाम नूं कथा हुंदी सी ते 48 सिख कहते पक्के तौर ते विच बैठते सी आके रोजाना नितनेम नाल। 48 सिखां ने पूरी कथा सुनी। कुछ दिनों के बाद की देखते आ, कथा सुनते सुनते कुछ सिख अलोप होने लगे तो दूजिया ने पूछना जी फलाना से वह किधर गया? कहते वो गया, वो अपने घरे गया, सने दे ही अलोप हो गया। कहते एक दिन धन गुरु गोबिंद सिंह जी महाराज विचारा सुना रहे हैं तो एक पासे भाई मनी सिंह बैठे, एक पासे बाबा दीप सिंह जी बैठे आ। इन्हों भी उपर नूं खिच पैन लगी, हुलारे पैन लगे, जिवें शरीर उडूगा उपर नूं जान लगे। तो पातशाह जी ने इन्हां दियां बाहां फड़ लियां दोनों दियां। कहते तुसीं कित्थे चले हो? कहते पता नहीं जी, ताहां नूं खिच पै रही है, हुण जांदे आ शरीर। कहते तुसीं नहीं जाना हजे, मेरे तो बाद बहुत काम करने आ हजे। को सतनाम सी। भाई मनी सिंह ते बाबा दीप सिंह जी नूं आप सतगुरां ने रोक लिया। तो ये ब्रह्म ज्ञान दीयां गल्लां, जदों मनुख दे अंदर वो अवस्था पैदा हुंदी है तो बंदा उड्डण लग जांदा है। तो इस करके फुल तो भाव है साडा जीवन हल्का, फुल वर्गा हो जाना, हल्का हो जाना। साडे अंदर विकारां दा ही भार है। जदों परमेश्वर ने पूछिया नानक ये की करदा तूं, एक ऐसा कौतक है तेरा? कहंदे जी मैं तुहानूं सीन विखाउणा, ये दुनिया का रूप की बन चुके है। की लिखदे हन? एक सवाण दोए सवाणी नाल, हर बंदे दे नाल एक कुत्ता ते दो कुत्तियां फिरदियां, तड़के दिल चढ़दे नाल भौंकण लग जांदियां। आशा तृष्णा दियां कुत्तियां ते लालच दा कुत्ता। भलके भौंके सदा बयाल, कोड़ शुरा मुठा मुरदार। बंदा सैंसी बन चुके है, लालची बन चुके है, बिल्ली मार बन चुके है। मरे पशुओं का मांस खांदा बंदा, मरे बंदियां नूं भी मार मार खांदा। हक पराया नानका उस सूअर उस गाए, गुरपीर हम ता भरे जां मुरदार ना खाए। इस करके पराया हक खाना भी किसी का मुरदार खाना है, मुर्दा खाना है। प्रीतम जी कहते कोड़ छुरा मुठा मुरदार। मुठा हुंदा ठगना, ठगी मार के खाना भी, किसी नाल ठगी मार के वह हक खाना भी, तो वह मांस खाना ही है ना, अगले ने मेहनत करके कमाया। कोड़ छुरा मुठा मुरदार, धान करो पराहां करतार। हे अकाल पुरख, ये संसार इहो जिहा हो चुकिया जिहो जिहा मैं तेनों भेख बना के विखाया बाहर, ये बंदे विचों इदां दे हो चुके न। मैं पत की पंध ना करनी की कार। पंध हुंदा रिश्ता, रस्ता, राह। इज्जत वाला राह किहड़ा है? पातशाह जी कहंदे एत राहे पत पवड़ियां। ये जिहड़ा है इज्जत वाला रस्ता, जे कोई चलना चाहे तो मनुख नूं इस रस्ते चलना चाहिदा है। किहड़ा? जिहड़ा जपजी साहिब च कहा है, एत राहे पत पवड़ियां चढ़िया होए अकीस। महाराज मैं ना इज्जत वाला रस्ता फड़िया है। सतगुरां ने उचारण बाणी इस ढंग नाल कीती है ना, जब मैं पढ़ूंगा तो फिर ये बाणी मेरे अंदर मेरे वांगू बोलेगी, तुसीं पढ़ोगे तुहाडे वांगू बोलेगी।
भाव बंदे नूं समझाउण दे तीन ढंग है। एक तो सीधी चोट करनी, फलाना सिया संभल जा, तू बहुत माड़ा है। एक प्यार नाल समझाउणा आपदे बच्चे नूं, देखो फलानिया दा मुंडा किड्डा सियाणा है, 90% नंबर लै गया, ओहदी रीस कर फलाने दी। ये इस ढंग नाल समझाउणा है। ते तीसरा ढंग है अपने आप ते ला के मैं इन्ना माड़ा हाँ, गुरु कृपा करन। असल में जिहड़ा अपने आप ते ला के समझाउण दा ढंग है, ये जदों तुसीं कहोगे जिवें मन तू जोत स्वरूप है अपना मूल पछाण, ते सोडे कोले भी मन है, मेरे कोले भी है, गुरु साहब कोले भी सीगा। ते जदों बंदा इस बाणी नूं पढ़ेगा, विचारेगा, सुनेगा, तो अपने वल बाणी नूं आउंदी वेखेगा। बाणी दा तीर आपदे वल जांदा, साडे अपने वल जांदा है। जे किसे कन्नी कोई कुंगल करदा है ते 3 उंगलां आपदे कन्नी भी हुंदियां, कोई सतनाम सी। इवें जिवें बाणी जद पढ़दे आ, बाणी उचारदे आ, जिथे बाणी संगत नूं समझाउंदी है, उत्थे कहण वाले नूं भी समझाउंदी है। कह तो पढ़ तो सुण तो एक, ये बाणी सारियां वास्ते सांझी है। मेरे प्रीतम जी बख्श करदे हन अगे, मैं पत की पंध ना करनी की कार, ना मेरी कमाई चंगी है, ना मैं चंगे रस्ते चलदा हाँ, इज्जत वाले रस्ते नहीं चलदा, भाव मैं भगती नहीं करदा, हाँ बिगड़े रूप रहा विकराल, मैं तो दिन रात बिल्ली मारी बनिया रहना, ठगियां मारदा रहना लोकां दे नाल, बिगड़िया होया जीव। ते गुरु प्यारिओ, विकराल दा मतलब है भयानक, कोड़ी, भयानक रूप वाला। माया रूपी मक्खी भिणकदी रहिंदी है जिथे, जिस तरह पातशाह ने लस्सी छिड़की है पिंडे ते अपना कपड़ियां ते, उहदे उत्ते मक्खियां बह गईयां। आ हालत है मेरी, मेरे उत्ते माया दा प्रभाव है। जिवें मक्खी नूं भी माया दा रूप दिता है ते माया नूं मक्खी दा रूप दिता है। इस तरह ही गुरु प्यारो, जिवें माया नहीं टिकदी इवें मक्खी नहीं टिकदी। सतगुरु पातशाह जी कहंदे इस मनुख दे उत्ते माया रूपी मक्खी भिणकदी रहिंदी है। महाराज मैं तैनूं की दसां, इन्हां लोकां दी ऐसी हालत है, तेरा एक नाम तारे संसार, बस एक तेरा नाम ही आसरा है जिहड़ा जीव दा उद्धार कर सकदा है। मैं इहा आस इहो आधार, मैनू तो बस इहो ही चाहिदा है, तेरे नाम दी दात चाहिदी आ, इहा आस इहो आधार। होर भी सुन ला मैं की कुछ करदा, मुख निंदा आखां दिन रात, दूजियां नू माड़ा कहना, आप मियाँ मिठू बनदा, को सतनाम मैं बहुत चंगा। निंदा करनी मेरा सुभाव बन चुके है। ते असल विच बाबा नानक अपने आप नूं नहीं कह रहा, है साडा सुभाव बन चुके हैं। को सतनाम निंदा भली किसे की नाही, मनमुख मुग्ध करन, मुख निंदा आखां दिन रात। महाराज मैं दिन रात पराई निंदिया करदा, जिसदा अपने सिर ते भार उठाउंदा हाँ। चोर जार जुआर ते बुरा, दुनिया विच बहुत बुरे बुरे काम है, चोरी करनी, जुआ खेडना, और गुरु प्यारिओ विषय वकार भोगने, कहते इन्हां तो भी माड़ी निंदिया है। को सतनाम श्री। चोर जार जुआर ते बुरा, अणहोंदा भार, निंदक सिर धरा। निंदक बंदा, निंदिया करन वाला बंदा जिहड़ा है, वो इन्हां सारियां तो भैड़ा है। एवें लोकां दा भार सिर ते चक्की फिरदा बिना कराए तो ही। को सतनाम श्री। जिस तरह उस राजे ने अजय सरोवै भीखिया खाए, जिन्हें लिद किसी ऋषि दे दान करती सी, ते ऋषि ने घरे लिजा के रख दी कुटिया दे बाहर, ते उत्थे ढेर बन गया। ते राजा कुदरती फेर वग गया, कहना इन्नी लिद कित्थों। वजीर नूं पुछण भेजिया, वो कहंदा अजय राजे ने दान किया सी, उहदा दान है। कहंदे अच्छा। राजे ने पूछया तुसीं कोई दान किया लिद दा? कहंदे एक दिन टेंशन सीगा, उसदे यार गुस्से च कर बैठा। कहंदे सोडी दान कीती हुई है। फकीर कहंदा भी उसे दी आ, उहनूं 70 गुना होके मिलनी आ, हुण इह खाऊगा फिर। कहो सतनाम सी।
ਦੂਜੇ ਨੂੰ ਕੋਈ ਚੀਜ਼ ਦਿੰਦੇ ਆ, ਜੇ ਖਾਣ ਯੋਗ ਹੈ ਤਾਂ ਦਿਓ, ਜੇ ਤੁਹਾਡੇ ਖਾਣ ਯੋਗ ਨਹੀਂ ਫਿਰ ਕਿਸੇ ਘਰੇ ਕੰਮੀ ਨੂੰ, ਕਿਸੇ ਕੰਮ ਕਰਨ ਵਾਲੇ ਨੂੰ ਦੇ ਦੇਣੀ। ਕਈ ਦਿਨ ਫਰਿੱਜ ਵਿੱਚ ਪਈ ਮਠਿਆਈ ਸੜ ਜਾਂਦੀ ਆ, ਜਦੋਂ ਬਦਬੂ ਮਾਰਦੀ ਆ ਫਿਰ ਭਾਂਡੇ ਮਾਂਜਣ ਨੂੰ ਕਹਿੰਦਾ ਭੈਣੇ ਆਹ ਲੈ ਜਾ ਮਠਿਆਈ ਖਾ ਲਈ, ਜਾਂ ਤੇਰੇ ਕੰਮ ਦੀ ਨਹੀਂ ਫਿਰ ਉਹਨੂੰ ਕਿਉਂ ਫੜਾਈ ਆ, ਉਹਨੂੰ ਖਤਮ ਕਰੋ। ਕੋਈ ਸਤਨਾਮ ਉਦੋਂ ਦਿਓ ਜੋ ਤਾਜ਼ੀ ਨਵੀਂ ਸੀਗੀ, ਉਹ ਤਾਂ ਦੇਣ ਨੂੰ ਜੀ ਨਹੀਂ ਕਰਦਾ ਗਾ, ਉਹ ਦੇਣੀ ਜਦੋਂ ਗੱਲ ਸੜ ਜਾਂਦੀ ਆ। ਤੇ ਉਹਨੇ ਵੀ ਗੁੱਸੇ ਵਿੱਚ ਆ ਕੇ ਉਸ ਨੂੰ ਲਿੱਦ ਫੜਾਤੀ। ਜਦ ਅਜੈ ਰਾਜੇ ਨੂੰ ਪਤਾ ਲੱਗਿਆ, ਜਾ ਕੇ ਪੁੱਛਦਾ ਮਹਾਰਾਜ ਹੁਣ ਕੀ ਬਣੂਗਾ? ਕਹਿੰਦੇ ਖਾਣੀ ਪਊਗੀ, ਮੈਂ ਵੀ ਖਾਣ ਵਾਸਤੇ ਕੁਛ ਮੰਗਿਆ ਸੀ, ਤੂੰ ਮੈਨੂੰ ਆਹ ਫੜਾਈ, ਕਿ ਇਹ ਖਾਣ ਯੋਗ ਸੀ? ਕਹਿੰਦੇ ਨਹੀਂ, ਫਿਰ ਤੂੰ ਕਿਉਂ ਦਿੱਤੀ? ਜੇ ਮੈਂ ਦਿੱਤੀ ਹੁਣ ਤੂੰ ਵੀ ਖਾ। ਕੋਈ ਸਤਨਾਮ ਸ੍ਰੀ। ਕਹਿੰਦੇ ਤਾਂ ਕੰਮ ਬਹੁਤ ਔਖਾ ਹੈ ਮਹਾਰਾਜ, ਇਸ ਤੋਂ ਬਚਾਓ। ਕਹਿੰਦੇ ਬਚ ਸਕਦਾ ਹੈ, ਜੇ ਦੁਨੀਆ ਤੇਰੀ ਨਿੰਦਿਆ ਕਰੇ ਤੇ ਇਹ ਚੋਂ ਹਿੱਸਾ ਵੰਡਾ ਲੂਗੀ, ਭੋਰਾ ਉਹ ਖਾ ਲੈਣਗੇ ਨਿੰਦਿਆ ਕਰਨ ਵਾਲੇ। ਕਹੋ ਸਤਨਾਮ ਸ੍ਰੀ। ਰਾਜੇ ਨੇ ਹੱਥ ਵਿੱਚ ਰੰਗ ਵਾਲੇ ਪਾਣੀ ਦੀ ਸ਼ਰਾਬ ਵਰਗੀ ਬੋਤਲ ਫੜ ਕੇ ਤੇ ਇੱਕ ਲੜਕੀ ਨੂੰ ਜਾਂ ਕਿਸੇ ਇਸਤਰੀ ਨੂੰ ਨਾਲ ਲੈ ਕੇ ਤੇ ਗਲੀਆਂ ਦੇ ਵਿੱਚ ਜਾਣ ਬੁੱਝ ਕੇ ਸ਼ਰਾਬੀਆਂ ਵਾਂਗੂ ਡਿੱਗਦਾ ਫਿਰਦਾ, ਤੇ ਆਪਣੇ ਵਰਗਿਆਂ ਨੇ ਬਿਨਾਂ ਸੋਚੇ ਸਮਝੇ ਨਿੰਦਿਆ ਸ਼ੁਰੂ ਕਰਤੀ। ਉਹ ਰਾਜਾ ਕਮਲਾ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ, ਪਤਾ ਨਹੀਂ ਕੀ ਹੋ ਗਿਆ, ਸ਼ਰਾਬ ਦੀ ਬੋਲ ਚੱਕੀ ਫਿਰਦਾ, ਗਲੀਆਂ ਡਿੱਗਦਾ ਫਿਰਦਾ। ਸਾਰਾ ਦਿਨ ਉਹਨੇ ਇੱਕ ਦਿਨ ਇਹੀ ਕੰਮ ਕੀਤਾ, ਭੇਸ ਬਦਲ ਕੇ। ਤੇ ਗੁਰੂ ਪਿਆਰਿਓ ਹੁਣ ਕੀ ਹੋਇਆ? ਦੂਜੇ ਦਿਨ ਵੇਖਣ ਗਿਆ ਤੇ ਇੰਨੀ ਕੁ ਪਈ ਆ ਜਿੰਨੀ ਕੁ ਦਿੱਤੀ ਸੀਗੀ। ਭਾ ਵਿਆਜ ਤਾਂ ਛੱਡਿਆ ਜਾ ਸਕਦਾ, ਮੂਲ ਨਹੀਂ ਛੱਡਦਾ ਅਗਲਾ। ਕਹੋ ਸਤਨਾਮ ਸ੍ਰੀ। ਰਿਸ਼ੀ ਨੂੰ ਪੁੱਛਿਆ ਜੀ ਆਹ ਬਚ ਗਈ ਇੰਨੀ ਕੁ? ਕਹਿੰਦੇ ਇਹ ਤਾਂ ਤੈਨੂੰ ਖਾਣੀ ਪੈਣੀ ਹੈ, ਤੇਰੀ ਦਿੱਤੀ ਹੋਈ ਹੈ। ਜਿਹੜਾ ਵਧਿਆ ਹੋਇਆ ਸੀ ਰੱਬ ਵੱਲੋਂ ਵਿਆਜ, ਉਹ ਨਿੰਦਿਆ ਕਰਨ ਵਾਲਿਆਂ ਨੂੰ ਵੰਡਤਾ, ਹੁਣ ਉਹ ਖਾ ਲੈਣਗੇ। ਕਹੋ ਸਤਨਾਮ ਸ੍ਰੀ। ਰਾਜਾ ਫੇਰ ਪਛੇਮਾਨ, ਕਹਿੰਦਾ ਹੁਣ ਮੈਂ ਕੀ ਕਰਾਂ? ਕਹਿੰਦੇ ਚੱਕ ਕੇ ਲੈ ਜਾ, ਇਹਦੀ ਸਵਾਹ ਬਣਾ ਲਾ, ਨੂਣ ਵਾਂਗੂ ਥੋੜ੍ਹੀ ਜਿਹੀ ਰੋਟੀ ਤੇ ਭੁੱਖ ਕੇ ਖਾ ਲਿਆ ਕਰ, ਐਸੇ ਜ਼ਿੰਦਗੀ 'ਚ ਮੁਕਾ ਦੇ, ਨਹੀਂ ਤਾਂ ਅਗਲੀ ਜ਼ਿੰਦਗੀ ਗੋਹੇ ਦਾ ਕੀੜਾ ਬਣਾਉਣਗੇ ਤੈਨੂੰ। ਕਹੋ ਸਤਨਾਮ ਸ੍ਰੀ। ਭੂੰਡ ਬਣਾਉਣਗੇ ਤੇ ਗੋਹਾ ਖਾਏਗਾ ਵਿੱਚ ਬੈਠ ਕੇ। ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਉਹਦੇ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ। ਨਾਨਕ ਦੁਖੀਆ ਸਭ ਸੰਸਾਰ, ਸੁਖੀ ਕੌਣ ਹੈ? ਮੰਨੈ ਨਾਉ ਸੋਈ ਜਿਨ ਜਾਏ, ਔਰੀ ਕਰਮ ਨਾ ਲੇਖੈ ਲਾਏ। ਪਾਤਸ਼ਾਹ ਜੀ ਕਹਿੰਦੇ ਇੱਕ ਮੇਰੀ ਇਹ ਵੀ ਆਦਤ ਹੈ, ਮੁੱਖ ਨਿੰਦਾ ਆਖਾਂ ਦਿਨ ਰਾਤ ਮੈਂ ਨਿੰਦਿਆ ਕਰਦਾ। ਪਰ ਕਰ ਜੋ ਹੀ ਨੀਚ ਸਨਾਤ। ਜੋਣਾ ਹੁੰਦਾ ਛੂਹਣਾ, ਇੱਕ ਛੂਹਣਾ ਹੱਥ ਨਾਲ ਹੈ, ਫਰੋਲਣਾ ਜੋਣਾ ਫਰੋਲਣਾ। ਇੱਕ ਜੋਣਾ ਅੱਖਾਂ ਦੇ ਨਾਲ, ਕਿਸੇ ਦੀ ਕੋਠੀ ਵੇਖੀ, ਯਾਰ ਕਿਤੇ ਆਪਾਂ ਨੂੰ ਮਿਲ ਜੇ ਨਜ਼ਾਰਾ ਹੀ ਆ ਜੇ। ਕਹੋ ਸਤਨਾਮ ਸ੍ਰੀ। ਪਰਾਈਆਂ ਵਸਤੂਆਂ ਜਿਉਂਦਾ ਫਿਰਦਾ, ਵੇਖਦਾ ਫਿਰਦਾ, ਕਿਤੇ ਆ ਮੇਰੇ ਕੋਲੇ ਹੋਵੇ, ਇਹੋ ਜਿਹੀ ਆਦਤ ਹੈ ਮੇਰੀ। ਕਹੋ ਸਤਨਾਮ ਸ੍ਰੀ। ਪਰ ਕਰ ਪਰਾਏ ਘਰਾਂ ਨੂੰ ਦੇਖਦਾ ਫਿਰਦਾ, ਨੀਚ ਸਨਾਤ। ਸੈਂਸੀ ਤਾਂ ਸੈਂਸੀ, ਮੈਂ ਤਾਂ ਉਹਨਾਂ ਤੋਂ ਵੀ ਨੀਚ ਹਾਂ। ਕਹੋ ਸਤਨਾਮ ਸ੍ਰੀ। ਧਾਨਕਿਆਂ ਤੋਂ ਵੀ ਨੀਚ ਬਣ ਗਿਆ ਮੈਂ ਤਾਂ। ਇੱਕ ਤਾਂ ਮਰਾਸੀ ਹੁੰਦੇ ਆ, ਧਾਨਕੇ ਹੁੰਦੇ ਆ, ਮੇਰੀ ਤਾਂ ਮੱਤ ਉਹਨਾਂ ਤੋਂ ਵੀ ਮਾੜੀ ਬਣੀ ਹੋਈ ਆ। ਮੈਂ ਤਾਂ ਲੋਕਾਂ ਦੇ ਘਰਾਂ 'ਚ ਨਿਗਾਹ ਮਾਰਦਾ ਫਿਰਦਾ ਵੀ ਕਿਤੇ ਆ ਸਮਾਨ ਮੈਨੂੰ ਮਿਲ ਜੇ। ਕਹੋ ਸਤਨਾਮ ਸ੍ਰੀ। ਪਰ ਕਰ ਜੋ ਹੀ ਨੀਚ ਸਨਾਤ। ਇੱਦੋਂ ਵੀ ਗਲਤੀਆਂ ਬਹੁਤ ਵੱਡੀਆਂ ਕਰਦਾ ਮੈਂ। ਹੋਰ ਕਿਹੜੀਆਂ ਕਰਦਾ ਹੈ? ਕਾਮ ਕ੍ਰੋਧ ਤਨ ਵਸੈ ਚੰਡਾਲ। ਕਾਮ ਬਾਸ਼ਨਾ ਵਿਕਾਰਾਂ 'ਚ ਫਸੇ ਆ, ਕ੍ਰੋਧ ਵਿੱਚ ਫਸੇ ਆ, ਮੈਂ ਚੰਡਾਲਾਂ ਵਰਗਾ ਬਣ ਚੁੱਕੇ ਹਾਂ। ਤੇ ਜਿਨ੍ਹਾਂ ਦੇ ਵਿੱਚ ਇਹ ਔਗਣ ਆ ਚੁੱਕੇ ਹੈ, ਦੁਨੀਆ ਨੂੰ ਦੱਸਣ ਵਾਸਤੇ, ਤਜਰਬਾ ਕਰਾਉਣ ਵਾਸਤੇ, ਉਹ ਲੋਕਾਂ ਨੂੰ ਐਸੇ ਜਨਮ ਜੇਲ੍ਹ ਵਿੱਚ ਸਿੱਟਿਆ ਹੋਇਆ ਹੈ ਤੇ ਤੜਫਦੇ ਆ ਉੱਥੇ ਬੈਠੇ, ਕਿਉਂਕਿ ਉਹ ਚੰਡਾਲ ਬਣ ਚੁੱਕੇ ਸੀਗੇ। ਪਤਾ ਨਹੀਂ ਕਿਤਨੀਆਂ ਇਸਤਰੀਆਂ ਦੀ ਇੱਜ਼ਤ ਬਰਬਾਦ ਕੀਤੀ ਉਹਨਾਂ ਲੋਕਾਂ ਨੇ ਕਾਮ ਵਾਸ਼ਨਾ ਕਰਕੇ। ਕਹੋ ਸਤਨਾਮ ਸ੍ਰੀ। ਇਹ ਦੁਨੀਆ ਦੀ ਹਾਲਤ ਬਾਬੇ ਨਾਨਕ ਨੇ ਇਹ ਸ਼ਬਦ ਵੀ ਦਿੱਤੀ ਆ। ਉਹ ਸਾਧ ਲੋਕ ਜਿਹੜੇ ਬਾਹਰੀ ਤੌਰ ਤੇ ਸਾਧ ਕਹਾਉਂਦੇ ਸੀ, ਅੰਦਰੋਂ ਚੰਡਾਲ ਬਣ ਚੁੱਕੇ ਸੀ। ਆਪਣੇ ਧਾਰਮਿਕ ਸਥਾਨ ਦੇ ਬਹਾਨੇ ਆਉਣ ਵਾਲੀ ਜਨਤਾ ਦੇ ਨਾਲ ਬੇਵਿਚਾਰ ਕਰਦੇ ਸੀਗੇ। ਬਾਬਾ ਨਾਨਕ ਜੀ ਕਹਿੰਦੇ ਇਹ ਚੰਡਾਲ ਬਣ ਚੁੱਕੇ ਨੇ। ਉਹਨਾਂ ਚੰਡਾਲਾਂ ਨੂੰ ਇਸੇ ਜਨਮ ਦੇ ਵਿੱਚ ਹੀ
सानू दस्सण वास्ते, सानू समझाउण वास्ते सज़ा दिती गई है ते जेलां 'च पए तड़फदे है अपनी माड़ी करतूत करके। कहो सतनाम श्री। ये भी मेरे विच गलती है, अपने संसार दे विच गलतियां यह। काम क्रोध तन बसै चंडाल, धान का रूप रहा करतार। महाराज सैंसियां दा रूप दुनिया धार चुकी है, ऐदां दी हो चुकी है। फाही सुरत मलूकी वेस, बाहरी तौर पर मैं बड़ा सोहना लगदा बाबा जी कहती है दुनिया, पर अंदरूनी तौर पर मैं ना जानवरां नूं फड़न वाले जाल जिवें शिकारी ने चक्के हुंदे ना, मैं जाल अंदर बुनदा रहिंदा दिमाग 'च भी इहनूं किवें फसावां ते इहनूं किवें फसावां। कहो सतनाम सी। मलूकी हुंदा कोमल जा, चेहरा मेरा बड़ा सोहना लगदा लोकां नूं, बाबा जी करदे आ मैनूं, पर दिमाग दे विच मैं जाल इकट्ठे कीते होए आ लोकां नूं फसाउण वास्ते। फाहियां अलग अलग फाइयां है। बांदर नूं फड़न वास्ते कुजी नप्पी जाती है धरती विच भीड़े मूँह वाली, ਉਹਦੇ ਵਿੱਚ ਛੋਲੇ ਪਾ ਦਿੰਦੇ ਆ। ਇਹ ਬੰਦੇ ਦੀਆਂ ਕਰਤੂਤਾਂ ਹੀ ਆ ਸਾਰੀਆਂ। ਤੇ ਬਾਂਦਰ ਵਿਚਾਰਾ ਭੋਲਾ ਜਾਨਵਰ ਉਹਦੇ ਵਿੱਚ ਜਾ ਕੇ ਮੁੱਠੀ ਪਾਉਂਦਾ ਦਾਣੇ ਖਾਣ ਨੂੰ, ਤੇ ਮੁੱਠੀ ਕੁਜੀ 'ਚ ਫਸ ਜਾਂਦੀ ਹੈ, ਤੇ ਕੁਜੀ ਚੰਗੀ ਤਰ੍ਹਾਂ ਧਰਤੀ 'ਚ ਨੱਪੀ ਹੁੰਦੀ ਹੈ, ਨਿਕਲਦੀ ਨਹੀਂ। ਬਾਂਦਰ ਫੜ ਲੈਂਦੇ ਆ। ਇਹ ਫਾਈਆਂ ਨੇ, ਭਾਵ ਲੋਕਾਂ ਨੂੰ ਫਸਾਉਣ ਦੀਆਂ ਬੜੀਆਂ ਜੁਗਤਾਂ ਬਣਾਉਣਾ। ਮੈਂ ਤਰ੍ਹਾਂ ਤਰ੍ਹਾਂ ਦੇ ਢੰਗ ਹੱਥ ਕੰਡੇ ਵਰਤਦਾ, ਕਿਹਨੂੰ ਕਿਵੇਂ ਫਸਾਉਣਾ। ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਸਵਰਗਾਂ ਦੇ, ਤੇ ਸੰਸਾਰ ਨੂੰ ਇਹ ਮੈਂ ਫਸਾਉਣਾ ਜਿਹੜਾ ਮੇਰੇ 'ਚ ਇਹ ਵੀ ਗਲਤੀਆਂ ਹੈ। ਇਹ ਸਾਰਾ ਸੀਨ ਬਾਬਾ ਨਾਨਕ ਦੁਨੀਆ ਦਾ ਪੇਸ਼ ਕਰ ਰਹੇ ਆ, ਪਰਮੇਸ਼ਰ ਦੇ ਅੱਗੇ ਨਹੀਂ, ਸਾਡੇ ਅੱਗੇ ਵੀ ਕਰ ਰਹੇ ਆ। ਕਹੋ ਸਤਨਾਮ ਸ੍ਰੀ। ਫਾਹੀ ਸੁਰਤ ਮਲੂਕੀ ਵੇਸ, ਸੁਰਤ ਵਿੱਚ ਮੈਂ ਫਾਹੀਆਂ ਜਾਲ ਬਣਾ ਰਿਹਾ ਦੁਨੀਆ ਨੂੰ ਫਸਾਉਣ ਦੇ। ਬਾਹਰੋਂ ਮੈਂ ਬੜਾ ਭੋਲਾ ਭਾਲਾ ਬਣਦਾ, ਕਹੋ ਸਤਨਾਮ ਸ੍ਰੀ, ਬੜਾ ਕੋਮਲ ਜਿਹਾ ਬਣਦਾ। ਹਾਂ ਠੱਗਵਾੜਾ ਠੱਗੀ ਦੇਸ਼, ਮੈਂ ਠੱਗਾਂ ਦਾ ਵਾੜਾ ਹਾਂ, ਭਾਵ ਜਿੰਨੇ ਦੁਨੀਆ ਦੇ ਠੱਗੀਆਂ ਮਾਰਨ ਦੇ ਕੰਮ ਆ ਉਹ ਸਾਰੇ ਮੈਂ ਆਪਣੇ ਦਿਮਾਗ 'ਚ ਰੱਖੇ ਹੋਏ ਆ। ਕਹੋ ਸਤਨਾਮ ਸ੍ਰੀ। ਠੱਗਵਾੜਾ, ਵਾੜੇ 'ਚ ਹੁੰਦੀਆਂ ਭੇਡਾਂ ਗਿਣਤੀ ਦੀਆਂ ਬਹੁਤ ਸਾਰੀਆਂ। ਠੱਗੀਆਂ ਮਾਰਨ ਦੇ ਜਿੰਨੇ ਢੰਗ ਹਨ ਉਹ ਸਾਰੇ ਜਿਹੜੇ ਹਨ, ਮੈਂ ਬਾਹਰੀ ਤੌਰ 'ਤੇ ਬੜਾ ਧਾਰਮਿਕ ਬਣਦਾ। ਗੁਰੂ ਪਿਆਰਿਓ, ਸੰਤ ਸੁੰਦਰ ਸਿੰਘ ਜੀ ਹੋਏ ਨਾ ਕਸ਼ਮੀਰ ਦੇ ਇਲਾਕੇ 'ਚ ਅਨੰਤਨਾਗ ਗਏ ਤਾਂ ਇੱਥੇ ਨੇੜੇ ਮਟਨਪੁਰ ਪਹੁੰਚੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸੀ। ਪੁਰਾਣੇ ਮਾਰਤੰਡ ਮੰਦਰ ਹਨ, ਉੱਥੇ ਠੰਡੇ ਪਾਣੀ ਛੱਛੇ ਵੀ ਵਗਦੇ ਆ, ਗੁਰਦੁਆਰਾ ਸਾਹਿਬ ਵੀ ਬਣੇ ਆ। ਇੱਥੋਂ ਦਾ ਰਹਿਣ ਵਾਲਾ ਪੰਡਿਤ ਕਿਰਪਾ ਰਾਮ ਸੀ, ਜੋ ਤੇਗ ਬਹਾਦਰ ਜੀ ਕੋਲ ਫਰਿਆਦੀ ਬਣ ਕੇ ਆਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ ਸੀ, ਤੇ ਇਹ ਸਾਰੇ ਬ੍ਰਾਹਮਣ ਸਿੱਖ ਹਨ ਤੇ 250 ਦੇ ਕਰੀਬ ਘਰ ਹਨ। ਜਦੋਂ ਸੰਤ ਮਹਾਰਾਜ ਉੱਥੇ ਗਏ ਤਾਂ ਚਸ਼ਮੇ ਵਿੱਚ ਇੱਕ ਬ੍ਰਾਹਮਣ ਮੱਛੀਆਂ ਫੜਨ ਲਈ ਕੁੰਡੀ ਲਾਈ ਬੈਠਾ ਸੀ। ਜਾਤ ਦਾ ਬ੍ਰਾਹਮਣ ਹੈ, ਔਰ ਥੱਲੇ ਉਸਨੇ ਕੁੰਡੀ ਦੇ ਨਾਲ ਆਟਾ ਲਾ ਕੇ ਛੱਡਿਆ ਹੋਇਆ ਚਸ਼ਮੇ ਵਿੱਚ। ਚਸ਼ਮਾ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਨਾਲ ਚਲਾਇਆ। ਹਾਂ, ਕਈ ਸਰੋਵਰਾਂ 'ਚ ਨਹਾਉਣ ਆਉਂਦੇ ਆ, ਕਈ ਸਰੋਵਰਾਂ 'ਚ ਮੱਛੀਆਂ ਫੜਨ ਵੀ ਆਉਂਦੇ ਆ। ਕਹੋ ਸਤਨਾਮ ਸ੍ਰੀ। ਕਹਿੰਦੇ ਉਹ ਬ੍ਰਾਹਮਣ ਚਸ਼ਮੇ ਵਿੱਚ ਕੁੰਡੀ ਲਾਈ ਬੈਠਾ। ਜਦ ਕੁੰਡੀ ਭਾਰੀ ਹੋਈ, ਬਾਹਰ ਖਿੱਚੀ, ਮੱਛੀ ਫਸੀ ਹੋਈ। ਤੇ ਇਹ ਪਖੰਡੀ ਨਾਲ ਨਾਲ ਗੀਤਾ ਦੇ ਸ਼ਲੋਕ ਵੀ ਪੜ੍ਹੀ ਜਾਂਦਾ ਹੈ। ਨੈਣਗ ਛਿਦੰਤੀ ਸ਼ਸਤਰਾਣੀ ਨੈਣਗ ਦਹਿਤੀ, ਭਾਵ ਕਰਨ ਨਾਲੇ ਤਾਂ ਕਹਿੰਦੇ ਬੈਠਾ ਪੰਡਤਾਂ ਵਾਂਗੂ ਮੰਤਰ ਪੜ੍ਹੀ ਜਾਂਦਾ ਹੈ, ਤੇ ਨਾਲੇ ਮੱਛੀ ਖਾਣ ਵਾਸਤੇ ਕੁੰਡੀ ਛੱਡੀ ਹੋਈ ਆ। ਐਸਾ ਮੇਰਾ ਹਾਲ ਹੈ। ਸੁਰਤ ਫਾਹੀ ਸੁਰਤ ਮਲੂਕੀ ਵੇਸ, ਹਾਂ ਠਗਵਾੜਾ ਠੱਗੀ ਦੇਸ਼, ਮੈਂ ਠੱਗਾਂ ਦਾ ਦੇਸ਼। ਇੱਕ ਸਰੀਰ ਦੇ ਵਿੱਚ ਮੈਂ ਸਭ ਕੁਝ ਭਰੀ ਬੈਠਾ, ਠੱਗਾਂ ਦਾ ਦੇਸ਼ ਬਣਿਆ ਹੋਇਆ। ਖਰਾ ਸਿਆਣਾ ਬਹੁਤਾ ਭਾਰ, ਮੈਂ ਜਿੰਨਾ ਸਿਆਣਾ ਬਣਦਾ ਓਨਾ ਹੀ ਦੁਖੀ ਵੀ ਹੋਵਾਂਗਾ। ਬਹੁਤਾ ਸਿਆਣਾ ਬਣ ਕੇ ਮੈਂ ਦੁਨੀਆ ਦਾ ਭਾਰ ਸਿਰ 'ਤੇ ਚੱਕਦਾ ਫਿਰਦਾ, ਕਿਉਂਕਿ ਨਿੰਦਿਆ ਕਰਦਾ ਫਲਾਨਾ ਕਿੰਨਾ ਮਾੜਾ, ਕਿੰਨਾ ਗੰਦਾ ਹੈ। ਇਹ ਪਰਮੇਸ਼ਰ ਨੇ ਦੁਨੀਆ ਤਰ੍ਹਾਂ ਤਰ੍ਹਾਂ ਦੀ ਬਣਾਈ ਆ। ਕਹਿੰਦੇ ਮੈਂ ਬਹੁਤਾ ਸਿਆਣਾ ਬਣ ਕੇ ਸੰਸਾਰ ਦਾ ਭਾਰ ਜਿਹੜਾ ਚੱਕੀ ਫਿਰਦਾ ਹਾਂ,
हौ ठगवाड़ा ठगी देस खरा सियाणा बहुता भार। जिन्ना अपने आप नूं समझदार समझदा बंदा उन्ना ही पापां दा भार इकट्ठा करी जांदा है। महाराज मैं किड्डा मूर्ख हाँ, मैं तेरे कीते दी कदर नहीं करदा। मैं कीता ना जाता हराम खोर, मैं हराम खोर नहीं गा। तू मैनू इन्नियां वस्तुआं दित्तियां, मैनू किन्ना कुछ दिता। जिन दिया तुद नील निर्मोला, जिन दिया तुद पवन अमोला, जिन दिया तुद पावक बनना, तिस ठाकर की रहो मन सरना। सो किसों क्यों बिसरै जिन सब किश दिया। बाल व्यवस्था तुझे प्यारे दूध, जब तेरे दंद नहीं सी आए तेनू मां दे कोलों ही दुध तैयार करता खून तो को सतनाम सी। बार व्यवस्था तुझे प्यारे दूध, भर जोबन जदों वड्डा होया 36 प्रकार दे भोजन सुख सुविधावां दित्तियां। भर जोबन सुख सूद जदों वड्डा होया। बार व्यवस्था तुझे प्यारे दूध, भर जोबन सुख सूद। बिरध भया जद बुढ़ा हो गया ते बाल बच्चे रिश्तेदार तेरे पै दे मूँह च भोजन का तरल पदार्थ पाउंदे है, जूस पाउंदे है कि तो हुण खाधा नहीं जाता। ये सारे काम रब ने तेरे वास्ते कीते आ। कोई सतनाम सी परमेश्वर ने कीते अपने सारिਆਂ वास्ते। मार व्यवस्था तुझे प्यारे दूध, भर जोवन भोजन सुख सूद। बिरध भया ऊपर साक सैन, मुख पियाओ बैठ को देन अपियाओ। जिहड़ा खाधा नहीं जाता उहदा तरल बना के दिंदे आ। ये निर्गुण गुण कुछ ना बूझे है। पर गुरु अर्जन देव जी कहते पर एडा मूर्ख है ना, परमेश्वर की एक भी गल याद नहीं रखता। बख्श लेहो तो नानक सीजै, तू ही बख्श ला इन्हां नूं। ये तां मूर्ख आ सारे। को सतनाम श्री। मैं कीता ना जाता हराम खोर, मैं हरामी हाँ। ते हरामी वो हुंदा है जिहड़ा किसे दा कीता होया भुल जावे। को सतनाम लूण हरामी। हो कीता ना जाता हराम खोर, हो क्या महदेसा दुष्ट चोर। मैं तेनों की मूँह दिखाऊंगा कल नूं जदों मैं तेरे कोले आऊँगा। को सतनाम श्री। अपनी गल ही सारियां दी। असीं तैनूं की मूँह दिखावांगे जद कल नूं तेरे कोल आवांगे। नानक नीच कहे विचार, ये इन्ना नीच हो चुके हैं। नानक जी कहते मनुख, ये साडी विचार पातशाह ने शब्द रखी। धान का रूप रहा करतार, इन्ना नीच हो चुके हैं कि सैंसियां धानकां तो भी थले माड़ी जात वाला। क्यों? खसम विसारे ते कमजात। कमजात कौन है? बीबियां लड़दियां कदियां तू कमजात हो, कदी तू कमजात। बाबा जी कहते वो कमजात जी ने मालक नूं विसारिया होया। को सतनाम श्री। खसम विसारे ते कमजात, नानक नावे बाज सनात। जिहड़ी सनात जात है ना, सनात वो सारियां जातां तो थल्ले है। मैं वो बनिया होया। इस करके गुरु कृपा करन सानू इन्हां औगणां तो उच्चा कढ लैण। वो तो कढदे है, आपां भी थोड़ा जोर लाइए। एक बंदा डुबदा पानी च, आपां उहदी बांह फड़ के खिचदे आ भी आ जा बाहर आ जा। थोड़ा उन्होंने भी कोशिश करनी चाहिए है बाहर निकलने की। गुरु भी बांह फड़ के खिंचदा है। पर कई डुबण वाले इहो जिहे हुंदे आ, खिंचण वाले नूं खिंच के आप भी डुबदे आ ते उहनूं भी डुबो दिंदे आ। कहो सतनाम श्री। गुरु साहब सानू कढना चाहुंदे आपां निकलीए, नहीं तां संसार की ऐसी हालत है। एक सुहान दोए सुहानी नाल, भलके भौंके सदा बयाल। कूड़ छुरा मुठा मुरदार, धान करूप राह करतार। अगले शब्द की विचार कल के दीवाना में सरवण करांगे। हुण इत्थे रोकण की आग्या बख्शो। बोलदिआं ने एक अखर बाद घाट हो जाते। सिख संगतां दे सतगुरु बख्शण योग है, बख्श लेना जी। समाप्ति करिए। वाहिगुरू जी का खालसा, वाहिगुरू जी की फतेह।